ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਲੋਕ, ਕੁਝ ਸਮਾਜਿਕ ਲੋਕ ਨੇ, ਕੁਝ ਰਾਜਨੀਤਿਕ ਨੇ, ਕੁਝ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਸਮੱਤ ਦੇ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ ਹੈ। ਕੇਵਲ ਭੁੱਲੇ ਭਟਕੇ ਲੋਕਾਂ ਨੂੰ ਨਹੀਂ, ਜਿਨ੍ਹਾਂ ਦੇ ਮਨ ਔਰ ਤਨ ਨੂੰ ਭਿਆਨਕ ਰੋਗਾਂ ਨੇ ਗਰਸਿਆ ਹੋਇਆ, ਸਤਿਗੁਰੂ ਮਹਾਰਾਜ ਜੀ ਵੈਦ ਬਣ ਕੇ ਉਹਨਾਂ ਦੇ ਮਨ ਔਰ ਤਨ ਦੇ ਰੋਗ ਵੀ ਕੱਟਦੇ ਹਨ। ਬੜਾ ਭਿਆਨਕ ਰੋਗ ਹੈ ਕੋੜ ਦਾ ਰੋਗ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਜਿੱਥੇ ਇਹ ਰੋਗ ਕੱਟਿਆ ਉੱਥੇ ਲੋਕਾਂ ਨੂੰ ਸਮਝਾਇਆ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਗੁਰਬਾਣੀ ਅੰਦਰ ਬਹੁਤ ਐਸੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ। ਅਗਲੇਰੇ ਪ੍ਰਸੰਗ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਵਰਤਾਉਣੀ ਹੈ। ਕਵੀ ਸੰਤੋਖ ਸਿੰਘ ਜੀ ਅਗਲੇਰੇ ਇਤਿਹਾਸ ਦਾ ਜ਼ਿਕਰ ਕਰ ਰਹੇ ਨੇ। ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਕਹਿ ਬਾਲਾ ਸ਼੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਬੈਠ ਕੇ ਇਹ ਪਾਵਨ ਇਤਿਹਾਸ ਸੁਣਾ ਰਹੇ ਨੇ। ਆਖਿਆ ਗੁਰੂ ਅੰਗਦ ਦੇਵ ਮਹਾਰਾਜ ਸੁਣੀਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ਾਂ ਵਾਲਾ ਇਤਿਹਾਸ ਸੁਣਨਾ ਕਰੋ ਜੀ। ਰੁਚਿਰ ਕਥਾ ਗੁਣ ਗਾਣੀ ਉਤ ਗੁਣੀਏ। ਬੜੀ ਸੁੰਦਰ ਕਥਾ ਹੈ ਜਿਹਦੇ ਵਿੱਚ ਸ਼ੁਭ ਗੁਣ ਭਰੇ ਪਏ ਹਨ। ਅਸੀਂ ਸਰੋਤੇ ਬਣ ਕੇ ਉਹਨਾਂ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਮਾਰਗ ਚਲੇ ਜਾਹੇ ਗਤਦਾਈ। ਸਾਡਾ ਕੰਮ ਕੇਵਲ ਇਤਿਹਾਸ ਨੂੰ ਸੁਣ ਕੇ ਵਾਹ ਵਾਹ ਕਰਨਾ ਨਹੀਂ। ਸਾਡਾ ਕੰਮ ਹੈ ਇਤਿਹਾਸ ਦੇ ਵਿੱਚੋਂ ਸਾਨੂੰ ਗੁਣ ਕੀ ਮਿਲਿਆ ਹੈ, ਉਸ ਗੁਣ ਨੂੰ ਗ੍ਰਹਿਣ ਕਰਨਾ ਹੈ। ਸਾਡਾ ਕੰਮ ਹੈ ਇਤਿਹਾਸ ਨੂੰ ਸੁਣ ਕੇ ਉਹਦੇ ਵਿੱਚੋਂ ਸਿੱਖਿਆ ਕੀ ਮਿਲੀ ਹੈ, ਉਸ ਸਿੱਖਿਆ ਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰਨਾ ਹੈ। ਅਸੀਂ ਉਹਦੇ 'ਤੇ ਅਮਲ ਕਰਨਾ ਹੈ। ਤਾਂ ਸਾਡਾ ਇਹ ਸੁਣਿਆ ਇਤਿਹਾਸ ਸਾਡਾ ਜੀਵਨ ਬਦਲ ਸਕਦਾ ਹੈ, ਸਾਡੀ ਸੋਚ ਬਦਲ ਸਕਦਾ ਹੈ। ਜੇ ਅਸੀਂ ਇਤਿਹਾਸ ਵਿੱਚੋਂ ਸ਼ੁਭ ਗੁਣ ਲੈ ਲਿਆ, ਸਿੱਖਿਆ ਲੈ ਲਈ, ਉਹਦੇ ਉੱਤੇ ਅਮਲ ਕੀਤਾ ਤੇ ਜੀਵਨ ਆਪਣੇ ਆਪ ਬਦਲ ਜਾਏਗਾ। ਕਵੀ ਜੀ ਦੇ ਮੁਤਾਬਕ ਗੁਰੂ ਸਾਹਿਬ ਜਿਹਨੂੰ ਜਦੋਂ ਭਾਈ ਬਾਲਾ ਜੀ ਨੇ ਇਤਿਹਾਸ ਸੁਣਾਇਆ, ਮਾਰਗ ਚਲੇ ਜਾਏ ਗਤ ਦਾਈ ਮੁਕਤੀ ਦੇ ਦਾਤਾ। ਸਤਿਗੁਰੂ ਮਹਾਰਾਜ ਜੀ ਜਦੋਂ ਇੱਕ ਕੁਸ਼ਤੀ ਦੇ ਰੋਗ ਨਾਲ ਭਰੇ ਹੋਏ ਪ੍ਰਾਣੀ 'ਤੇ ਕਿਰਪਾ ਕਰਕੇ ਉਹਦੇ ਤਨ ਮਨ ਦੇ ਰੋਗ ਕੱਟ ਕੇ ਚੱਲਦੇ ਨੇ। ਮਾਰਗ ਚਲੇ ਜਾਏ, ਜਿਸ ਮਾਰਗ 'ਤੇ ਗੁਰੂ ਸਾਹਿਬ ਚੱਲ ਰਹੇ ਨੇ ਉਸ ਤੋਂ ਅੱਗੇ ਕਹਿੰਦੇ ਚੱਲੇ ਜਾ ਰਹੇ ਹਨ। ਗੋਬਿੰਦ ਲੋਕ ਮਿਲੇ ਕਛ ਆਈ। ਰਸਤੇ ਦੇ ਵਿੱਚ ਚਲਦਿਆਂ ਗੋਬਿੰਦ ਲੋਕ ਦਾ ਮਤਲਬ ਹੈ ਕੁਝ ਫਕੀਰ, ਕੁਝ ਰੱਬ ਦੇ ਪਿਆਰੇ, ਕੁਝ ਰੱਬ ਦੇ ਪਿਆਰੇ ਜਿਹੜੇ ਨੇ ਮਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਸਾਹਮਣੇ ਆ ਕੇ ਮਿਲੇ। ਜਿਸ ਮਾਰਗ 'ਤੇ ਗੁਰੂ ਸਾਹਿਬ ਜੀ ਚਲੇ ਜਾ ਰਹੇ ਨੇ, ਤੁਰੇ ਜਾ ਰਹੇ ਨੇ, ਅੱਗੋਂ ਕੁਝ ਰੱਬ ਦੇ ਪਿਆਰੇ ਆ ਕੇ ਮਿਲੇ ਹਨ। ਸਭਿਨ ਪਦਨ ਪਰਬੰਧਨ ਠਾਨੀ। ਔਰ ਸਭਨਾਂ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਸੀਸ ਨਵਾ ਨਮਸਕਾਰਾਂ ਕੀਤੀਆਂ ਹਨ। ਬੈਠ ਗਏ ਉਚਰੀ ਮੁਖ ਬਾਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇੱਕ ਸੋਹਣੀ ਥਾਂ ਵੇਖ ਕੇ ਬਿਰਾਜਮਾਨ ਹੋਏ ਔਰ ਜਿੰਨੇ ਵੀ ਰੱਬ ਜੀ ਦੇ ਪਿਆਰੇ ਮਿਲੇ ਸਨ ਇਹ ਵੀ ਗੁਰੂ ਸਾਹਿਬ ਜੀ ਕੋਲ ਆ ਕੇ ਬੈਠ ਗਏ। ਰਾਵਰ ਸੋ ਜਸ ਸੁਣਾ ਸਭ ਥਾਈ। ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਉਹਨਾਂ ਨੂੰ ਵੀ, ਰੱਬ ਜੀ ਦੇ ਪਿਆਰਿਓ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਉਹਨਾਂ ਨੇ ਫਿਰ ਆਖਿਆ, ਮਹਾਰਾਜ ਜੀ ਰਾਵਰ ਦਾ ਅਰਥ ਹੁੰਦਾ ਆਪ ਜੀ। ਸੋ ਜਸ ਤੁਹਾਡਾ ਆਪ ਜੀ ਦਾ ਬੜਾ ਹੀ ਅਸੀਂ ਜਸ ਸੁਣਿਆ ਹੈ। ਕੀਰਤ ਪਸਰ ਰਹੀ ਅਧਿਕਾਈ। ਕਿਉਂਕਿ ਆਪ ਜੀ ਦੀ ਜਿਹੜੀ ਉਸਤਤੀ ਹੈ ਉਹ ਇੱਕ ਥਾਂ ਤੇ ਨਹੀਂ, ਚਾਰ ਚਫੇਰੇ ਹਰ ਥਾਂ ਤੇ ਤੁਹਾਡੀ ਉਸਤਤ ਹੋ ਰਹੀ ਹੈ। ਹਰ ਕੋਈ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਮਾਈ ਬਹੁਤ ਵੱਡੀ ਹੈ। ਹਰ ਕੋਈ ਕਹਿ ਰਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ। ਅਸੀਂ ਤੁਹਾਡਾ ਬੜਾ ਹੀ ਜਸ ਸੁਣਿਆ ਹੈ। ਚਾਹਤ ਮਿਲਾਪ ਬਿਤਿਓ ਕਿਤ ਕਾਲਾ। ਤੁਹਾਡੀ ਉਪਮਾ ਸੁਣ ਕੇ ਸਾਡੇ ਅੰਦਰ ਚਾਹਤ ਸੀ ਵੀ ਅਸੀਂ ਤੁਹਾਨੂੰ ਮਿਲੀਏ, ਤੁਹਾਡੇ ਦਰਸ਼ਨ ਕਰੀਏ। ਉਹ ਸਾਡੀ ਤਾਂਘ ਸੀ ਤੁਹਾਡੀ ਦੀਦਾਰ ਕਰਨ ਦੀ। ਅਕ ਸੁਮਤਰ ਅਬ ਮਿਲੇ ਕਿਰਪਾਲਾ। ਅਸੀਂ ਤੇ ਪੁੱਛਦੇ ਪਛਾਉਂਦੇ ਹੋਏ ਕਦੇ ਇੱਕ ਇਲਾਕੇ ਦੂਸਰੇ ਇਲਾਕੇ ਪ੍ਰੇਮ ਵਿੱਚ ਭਿੱਜੇ ਹੋਏ ਤੁਰੇ ਸਾਂ ਵੀ ਕਿਤੇ ਨਾ ਕਿਤੇ ਤੇ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਏਗਾ। ਪਰ ਅੱਜ ਐਸਾ ਸਬੱਬੀ ਮੇਲ ਹੋ ਗਿਆ। ਅਕਸ਼ ਮਾਤਰ ਦਾ ਮਤਲਬ ਹੁੰਦਾ ਸਬੱਬੀ ਮੇਲਾ, ਵੀ ਅਚਾਨਕ ਮਿਲ ਜਾਣਾ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਚਲੋ ਮਿਲਾਂਗੇ, ਪਰ ਇੱਕਦਮ ਅਚਾਨਕ ਮੇਲ ਹੋ ਜਾਣਾ, ਸਬੱਬੀ ਮੇਲੇ ਹੋ ਜਾਣੇ। ਅੱਜ ਜਿਹੜੇ ਮੇਲੇ ਹੋਏ ਨੇ ਇਹ ਸਬੱਬੀ ਨੇ, ਇਹ ਅਚਾਨਕ ਹੀ ਅਬ ਮਿਲੇ ਕਿਰਪਾਲਾ। ਹੇ ਕਿਰਪਾ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਤੁਸੀਂ ਮਿਲੇ ਹੋ। ਕਰਨ ਸਭਾਖਣ ਰਾਵਰ ਸਾਥਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਦੇ ਹਨ। ਪੂਜਣ ਚਾਹੇ ਪ੍ਰਭੂ ਕੀ ਗਾਥਾ। ਔਰ ਆਖਿਆ ਮਹਾਰਾਜ ਜੀ ਇੱਕ ਤਾਂ ਭਾਵਨਾ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ, ਤੁਹਾਡੇ ਦਰਸ਼ਨ ਹੋ ਗਏ। ਹੁਣ ਇੱਕ ਅਸੀਂ ਤੁਹਾਡੇ ਕੋਲੋਂ ਜਿਹੜਾ ਪਰਮੇਸ਼ਵਰ ਬਾਰੇ ਜਾਣਨਾ ਚਾਹੁੰਦੇ ਹਾਂ। ਜਾਣਨਾ ਤੇ ਆਪਾਂ ਵੀ ਚਾਹੁੰਦੇ ਹਾਂ। ਸਾਡੀ ਵੀ ਰੋਜ਼ ਅਰਦਾਸ ਹੈ, ਗੁਰਾ ਇੱਕ ਦੇਹ ਬੁਝਾਈ। ਬੁਝਾਈ ਦਾ ਅਰਥ ਸਮਝਾ ਦਿਓ, ਸੋਝੀ ਦੇ ਦਿਓ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ ਜਿਸ ਦਿਨ ਇਹ ਮਹਿਸੂਸ ਕਰਾਂਗੇ ਕਿ ਜਿਹੜੀ ਮੈਂ ਬਾਣੀ ਪੜ੍ਹ ਰਿਹਾ ਕੇਵਲ ਬਾਣੀ ਨਹੀਂ, ਮੈਂ ਗੁਰੂ ਸਾਹਿਬ ਜੀ ਨਾਲ ਗੱਲਾਂ ਕਰ ਰਿਹਾ ਹਾਂ, ਉਸ ਦਿਨ ਤੁਹਾਨੂੰ ਗੁਰਬਾਣੀ 'ਚੋਂ ਰਸ ਇੱਕ ਵੱਖਰਾ ਹੀ ਆਏਗਾ, ਵੱਖਰਾ ਹੀ ਆਨੰਦ ਆਏਗਾ। ਤੁਹਾਡਾ ਜੀਵਨ ਖੁਸ਼ੀ ਦੇ ਨਾਲ ਖਿੜ ਜਾਏਗਾ ਜਿਸ ਦਿਨ ਤੁਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਗੁਰੂ ਸਾਹਿਬ ਜੀ ਨਾਲ ਗੱਲਾਂ ਕਰ ਰਹੇ ਹਾਂ, ਜਾਂ ਅਸੀਂ ਗੁਰਬਾਣੀ ਦੇ ਰਾਹੀਂ ਪਰਮੇਸ਼ਵਰ ਨਾਲ ਬਾਤਾਂ ਗੁਰੂ ਸਾਹਿਬ ਨਾਲ ਗੱਲਾਂ ਕਰ ਰਹੇ ਹਾਂ। ਹੁਣ ਜਦੋਂ ਆਵਾਜ਼ ਦੇਵਾਂਗੇ ਗੁਰਾ, ਇਹਦਾ ਮਤਲਬ ਸਾਹਮਣੇ ਮਹਿਸੂਸ ਕਰੋ ਵੀ ਗੁਰੂ ਸਾਹਿਬ ਬੈਠੇ ਆ, ਤੇ ਅਸੀਂ ਸਾਹਮਣੇ ਮਹਿਸੂਸ ਕਰਕੇ ਕਹਿਣਾ ਸਤਿਗੁਰੂ ਇੱਕ ਗੱਲ ਸਾਡੇ ਖਾਨੇ ਪਾ ਦਿਓ, ਸਾਨੂੰ ਸਮਝਾ ਦਿਓ। ਉਹ ਜਿਹੜਾ ਸਾਰੇ ਜੀਆਂ ਦਾ ਦਾਤਾ ਹੈ ਸਾਨੂੰ ਸਮਝ ਆ ਜਾਏ ਤੇ ਭੁੱਲ ਕੇ ਵੀ ਉਹਦਾ ਨਾਮ ਸਾਡੇ ਅੰਦਰੋਂ ਵਿਸਰੇ ਨਾ, ਉਦੋਂ ਫਿਰ ਇੱਕ ਵੱਖਰਾ ਹੀ ਰਸ ਹੋਏਗਾ। ਇੱਥੇ ਇਹਨਾਂ ਨੇ ਆਖਿਆ ਵੀ ਤੁਹਾਡਾ ਮਿਲਾਪ ਹੋਇਆ। ਅੱਜ ਤੁਹਾਡੇ ਕੋਲੋਂ ਅਸੀਂ ਰੱਬ ਜੀ ਦੀਆਂ ਗੱਲਾਂ ਸੁਣਨੀਆਂ ਹਨ। ਜੇ ਆਏ ਸੋ ਤੁਮ ਦਿਓ ਗੁਸਾਈ। ਜੇ ਤੁਹਾਡਾ ਹੁਕਮ ਹੋਵੇ ਤੇ ਅਸੀਂ ਤੁਹਾਨੂੰ ਕੁਝ ਸਵਾਲ ਕਰੀਏ, ਪਰ ਤੁਹਾਡੇ ਹੁਕਮ ਤੋਂ ਬਗੈਰ ਨਹੀਂ। ਜੇ ਤੁਸੀਂ ਆਗਿਆ ਦੇਵੋ ਜੀ। ਕਰਹਿ ਆਪਣੋ ਪ੍ਰਸ਼ਨ ਬਣਾਈ। ਜੋ ਸਾਡੇ ਦਿਮਾਗ ਵਿੱਚ ਪ੍ਰਸ਼ਨ ਹੈ, ਸਵਾਲ ਹੈ, ਅਸੀਂ ਉਹਦਾ ਜਵਾਬ ਚਾਹੁੰਦੇ ਹਾਂ। ਸੁਣ ਕਰ ਸ੍ਰੀ ਗੁਰੂ ਗਿਰਾ ਉਚਾਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਰੱਬ ਦੇ ਪਿਆਰਿਆਂ ਕੋਲੋਂ ਇਹ ਜਦੋਂ ਬੋਲ ਸੁਣੇ ਤਾਂ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਪਾਵਨ ਬਚਨ ਉਚਾਰਦੇ ਹਨ। ਤੁਮ ਬੂਝਣ ਪਰ ਹਉ ਬਲਿਹਾਰੀ। ਬੜੇ ਧਿਆਨ ਨਾਲ ਸਮਝਿਓ। ਮਹਾਰਾਜ ਕੀ ਕਹਿੰਦੇ? ਤੁਮ ਬੂਝਣ, ਤੁਹਾਡੇ ਆਹ ਗੱਲ ਪੁੱਛਣ ਤੇ ਹਉ ਬਲਿਹਾਰੀ, ਮੈਂ ਤੁਹਾਡੇ ਤੋਂ ਸੱਦ ਕੇ ਜਾਣਾ।
ਕੋਈ ਆਪਣੇ ਕਾਰੋਬਾਰ ਬਾਰੇ ਪੁੱਛਦਾ ਹੈ, ਕੋਈ ਆਪਣੇ ਪਰਿਵਾਰ ਬਾਰੇ ਪੁੱਛਦਾ ਹੈ, ਕੋਈ ਧੀਆਂ ਪੁੱਤਰ ਬਾਰੇ ਪੁੱਛਦਾ ਹੈ, ਕੋਈ ਧਨ ਪੈਸੇ ਬਾਰੇ ਪੁੱਛਦਾ ਹੈ, ਦੁਨੀਆ ਦੇ ਪਦਾਰਥਾਂ ਬਾਰੇ ਪੁੱਛਦਾ ਹੈ। ਪਰ ਬਹੁਤ ਵਿਰਲੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਗੁਰਾ ਇੱਕ ਦੇਹ ਬੁਝਾਈ, ਸਾਨੂੰ ਇੱਕ ਅਕਾਲ ਪੁਰਖ ਜੀ ਦੀ ਸੋਝੀ ਦੇ ਦਿਓ, ਸਾਨੂੰ ਪਰਮੇਸ਼ਵਰ ਦਾ ਗਿਆਨ ਬਖਸ਼ ਦਿਓ। ਉਹ ਵਿਰਲੇ ਨੇ ਸੰਸਾਰ ਦੇ ਵਿੱਚ। ਤੇ ਮਹਾਰਾਜ ਕਹਿੰਦੇ ਜਿਹੜੇ ਆਹ ਮੰਗ ਪ੍ਰਸ਼ਨ ਕਰਦੇ ਆ ਹਉ ਬਲਿਹਾਰੀ, ਅਸੀਂ ਉਹਨਾਂ ਤੋਂ ਸੱਦ ਕੇ ਜਾਈਏ। ਬਾਬਾ ਬੁੱਢਾ ਸਾਹਿਬ ਜੀ, ਜਦੋਂ ਆਪਾਂ ਦਰਬਾਰ ਸਾਹਿਬ ਸੱਚਖੰਡ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ, ਤੇ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰੀ ਅਸੀਂ ਦੀਦਾਰ ਕਰਦੇ ਹਾਂ। ਇੱਥੇ ਬੈਠੇ ਨੇ ਤੇ ਇੱਕ ਸੱਜਣ ਆ ਕੇ ਕਹਿੰਦਾ ਨਾਮ ਦੀ ਦਾਤ ਬਖਸ਼ ਦਿਓ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਠ ਕੇ ਹੱਥ ਜੋੜ ਕੇ ਉਹਨੂੰ ਸੀਸ ਨਵਾਇਆ। ਉਹ ਕਹਿਣ ਲੱਗਾ ਵੀ ਮੈਂ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਕੋਲ ਆਇਆ ਇਹ ਦਾਤ ਲੈਣ, ਪਰ ਤੁਸੀਂ ਮੈਨੂੰ ਹੀ ਨਮਸਕਾਰ ਕਰਦੇ ਕਿਉਂ? ਕਹਿਣ ਲੱਗੇ ਵਿਰਲੇ ਨੇ ਉਹ ਸੰਸਾਰ ਵਿੱਚ ਪ੍ਰਾਣੀ ਜਿਹੜੇ ਕਹਿੰਦੇ ਨੇ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹ ਭਾਗਾਂ ਵਾਲੇ ਨੇ ਜਿਹੜੇ ਨਾਮ ਦੀਆਂ ਦਾਤਾਂ ਮੰਗਦੇ ਆ, ਤੇ ਤੂੰ ਭਾਗਾਂ ਵਾਲਾ ਹੈ ਜਿਹਨੇ ਨਾਮ ਦੀ ਦਾਤ ਮੰਗੀ ਹੈ। ਮੈਂ ਇਸ ਲਈ ਉੱਠ ਕੇ ਨਮਸਕਾਰ ਕੀਤੀ ਹੈ। ਪਰ ਨਾਮ ਦਾ ਦਾਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਇਹ ਨਾਮ ਦੀਆਂ ਦਾਤਾਂ ਉਹਨਾਂ ਕੋਲੋਂ ਮਿਲਣੀਆਂ। ਇੱਥੇ ਜਦੋਂ ਉਹਨੇ ਆਖਿਆ ਸੀ ਤੁਹਾਡੇ ਕੋਲੋਂ ਕੁਝ ਜਾਣਨਾ ਚਾਹੁੰਦੇ ਆ, ਤਾਂ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਤੁਮ ਬੂਝਨ ਪਰ ਹਉ ਬਲਿਹਾਰੀ, ਤੁਹਾਡੇ ਇਹ ਸਵਾਲ ਪੁੱਛਣ ਦੇ ਮੈਂ ਤੁਹਾਡੇ ਤੋਂ ਸਦਕੇ ਜਾਣਾ ਹਾਂ। ਜਾਂ ਤੇ ਭਇਓ ਪ੍ਰੇਮ ਅਬਿਰਾਮੂ, ਤੁਹਾਡਾ ਪਰਮੇਸ਼ਵਰ ਪ੍ਰਤੀ ਪ੍ਰੇਮ ਹੈ ਤਾਂ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਚਾਹੁੰਦੇ ਹੋ। ਹਰ ਚਰਚਾ ਭਗਤਨ ਕੋ ਕਾਮੂ, ਕਿਉਂਕਿ ਜਿਹੜੇ ਰੱਬ ਦੇ ਪਿਆਰ ਵਿੱਚ ਭਿੱਜੇ ਹੋਏ ਰੱਬ ਦੀਆਂ ਬਾਤਾਂ ਕਰਨ ਵਾਲੇ ਹੁੰਦੇ ਆ, ਉਹ ਭਗਤ ਜਨ ਹੀ ਹੁੰਦੇ ਨੇ, ਉਹ ਗੁਰਮੁਖ ਜਨ ਹੁੰਦੇ ਆ। ਮਨਮੁਖ ਕਦੇ ਰੱਬ ਜੀ ਬਾਰੇ ਜਾਣਨਾ ਨਹੀਂ ਚਾਹੁੰਦਾ। ਮਨਮੁਖਾਂ ਦੀ ਟੋਲੀ ਵਿੱਚ ਸੰਗਤ ਵਿੱਚ ਬੈਠੋਗੇ, ਕਦੇ ਉੱਥੇ ਰੱਬ ਜੀ ਦੀਆਂ ਬਾਤਾਂ ਨਹੀਂ ਹੋਣਗੀਆਂ। ਉੱਥੇ ਇਹ ਨਹੀਂ ਕਿਹਾ ਜਾਏਗਾ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕਿ ਮੇਰੇ ਪਿਆਰੀ ਦੀਆਂ ਕੋਈ ਬਾਤਾਂ ਸੁਣਾਵੇ, ਨਹੀਂ। ਉੱਥੇ ਤਾਂ ਕੂੜ ਦੀਆਂ ਗੱਲਾਂ ਚੱਲਣਗੀਆਂ, ਉੱਥੇ ਵਿਕਾਰਾਂ ਦੀਆਂ ਗੱਲਾਂ ਚੱਲਣਗੀਆਂ। ਪਰ ਜਿੱਥੇ ਸਚਿਆਰ ਬੈਠਣਗੇ ਉੱਥੇ ਸੱਚ ਦੀ ਗੱਲ ਚੱਲੇਗੀ। ਜਿੱਥੇ ਸਤ ਸੰਗਤ ਹੈ, ਸਤ ਸੰਗਤ ਕੈਸੀ ਜਾਣੀਆਂ, ਜਿੱਥੇ ਇੱਕੋ ਨਾਮ ਵਿਖਾਣੀਆਂ, ਵੀ ਦੁਨੀਆ ਦੀਆਂ ਗੱਲਾਂ ਨਹੀਂ ਆਪਾਂ ਕਰਨੀਆਂ, ਕੇਵਲ ਰੱਬ ਜੀ ਦੀਆਂ ਬਾਤਾਂ ਕਰਨੀਆਂ ਨੇ। ਉਹ ਸਚਿਆਰ ਹੁੰਦੇ ਨੇ। ਇਸ ਲਈ ਮਹਾਰਾਜ ਨੇ ਆਖਿਆ ਹਰ ਚਰਚਾ ਭਗਤਨ ਕੋ ਕਾਮੂ, ਜਿਹੜੀ ਵਾਹਿਗੁਰੂ ਜੀ ਦੇ ਨਾਮ ਜਾਂ ਉਹਨੂੰ ਜਾਣਨ ਦੀ ਜਿਹੜੀ ਚਰਚਾ ਭਾਵ ਵਿਚਾਰ ਹੈ, ਇਹ ਭਗਤਾਂ ਦੇ ਕੰਮ ਹਨ। ਇਸ ਵਿਦ ਸਫਲੀ ਕੜੀ ਵਿਹਾਵੈ, ਇਹ ਜਦੋਂ ਆਪਾਂ ਸੰਗਤ ਵਿੱਚ ਬੈਠ ਕੇ ਰੱਬ ਜੀ ਦੀਆਂ ਬਾਤਾਂ ਕਰਾਂਗੇ, ਇਹ ਘੜੀਆਂ ਸਫਲ ਨੇ। ਇਹ ਘੜੀਆਂ ਸਾਡੀਆਂ ਲੇਖੇ ਵਿੱਚ ਲੱਗਣੀਆਂ ਨੇ। ਇਹ ਘੜੀਆਂ ਸਾਡੀਆਂ ਬੇਕਾਰ ਨਹੀਂ ਜਾਣੀਆਂ। ਜੇ ਆਪਾਂ ਗੁਰੂ ਦਰ ਆਏ ਸੰਗਤ ਕੀਤੀ ਹੈ, ਇਹ ਘੜੀਆਂ ਜਿਹੜੀ ਮੂਰਤ ਹੈ ਕਾਲ ਤੋਂ ਰਹਿਤ ਹੈ, ਉਹ ਕਿਸ ਸੰਸਾਰ ਦੇ ਅੰਦਰ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ। ਉਹ ਸਭਨਾਂ ਵਿੱਚ ਵਸ ਕੇ ਸਭਨਾਂ ਤੋਂ ਨਿਰਲੇਪ ਹੈ। ਪਰ ਸਾਰਾ ਕੁਝ ਉਹ ਆਪਣੇ ਆਪ ਤੋਂ ਹੈ, ਕਿਸੇ ਦੇ ਰਾਹੀਂ ਨਹੀਂ ਹੈ। ਜੇ ਕੁਦਰਤ ਨੂੰ ਵੀ ਸਾਜਿਆ ਹੈ ਤੇ ਉਹਨੇ ਆਪਣੇ ਆਪ ਤੋਂ ਹੀ ਸਾਜਿਆ ਹੈ। ਪਰ ਪਰਮੇਸ਼ਵਰ ਨੂੰ ਕਿਵੇਂ ਸਾਜਿਆ, ਇਹ ਅੱਜ ਤੱਕ ਕੋਈ ਵੀ ਨਹੀਂ ਜਾਣ ਸਕਿਆ। ਬੜੇ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਦੇਵੀ ਦੇਵਤੇ ਰਿਸ਼ੀ ਮੁਨੀ, ਇੱਥੋਂ ਤੱਕ ਗੁਰੂ ਨਾਨਕ ਸਾਹਿਬ ਵੀ ਮਹਾਰਾਜ ਨੇ ਆਖਿਆ ਕਿ ਉਹਦਾ ਜਿਹੜਾ ਅੰਤ ਪਾਇਆ ਨਹੀਂ ਜਾ ਸਕਦਾ, ਪਰ ਉਹਦਾ ਮੁੱਢ ਵੀ ਨਹੀਂ ਦੱਸਿਆ ਜਾ ਸਕਦਾ, ਦੱਸਿਆ ਹੀ ਨਹੀਂ ਜਾ ਸਕਦਾ। ਰੋਜ਼ ਜਾਪ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ। ਤਾਤ ਮਾਤ ਮਾਤਾ ਪਿਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਤਾ ਪਿਤਾ ਕੌਣ ਨੇ? ਮਹਾਰਾਜ ਕਹਿੰਦੇ ਨਹੀਂ ਜਾਣਿਆ ਜਾ ਸਕਦਾ। ਕਿਹੜੀ ਜਾਤ ਬਰਾਦਰੀ ਵਿੱਚੋਂ ਹੈ, ਨਹੀਂ ਜਾਣਿਆ ਜਾ ਸਕਦਾ। ਹਾਂ, ਸਾਰੀ ਦੁਨੀਆ ਦਾ ਮਾਈ ਬਾਪ ਕੌਣ ਹੈ? ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਦਾਤੇ ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਸਾਰੀ ਦੁਨੀਆ ਵਿੱਚ ਜਿੰਨੇ ਵੀ ਪ੍ਰਾਣੀ ਹਾਂ, ਸਾਡੇ ਸਾਰਿਆਂ ਦਾ ਮਾਈ ਬਾਪ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਾਈ ਬਾਪ ਕੌਣ ਹੈ? ਨਾ ਹੈ ਤੇ ਨਾ ਦੱਸਿਆ ਜਾ ਸਕਦਾ, ਕਿਉਂਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਆਪਣੇ ਆਪ ਨੂੰ ਆਪ ਹੀ ਰਚਿਆ, ਪਰ ਕਿਵੇਂ ਰਚਿਆ ਹੈ ਨਹੀਂ ਦੱਸਿਆ ਜਾ ਸਕਦਾ। ਪਰ ਆਪਣੇ ਆਪ ਨੂੰ ਸਹਿ ਭੰਗ, ਜਦੋਂ ਆਪਣੇ ਦੋ ਹਿੱਸੇ ਕੀਤੇ ਆ, ਇੱਕ ਨਿਰੰਕਾਰ ਹੈ ਤੇ ਇੱਕ ਸੰਸਾਰ ਹੈ। ਅਸੀਂ ਦੋ ਹੀ ਗੱਲਾਂ ਕਰਨੀਆਂ ਨੇ, ਇੱਕ ਸੰਸਾਰ ਦੀ ਤੇ ਇੱਕ ਨਿਰੰਕਾਰ ਦੀ। ਸਹਿ ਭੰਗ, ਜਦੋਂ ਸਵਯੰ ਤੋਂ ਇਹ ਸੰਸਾਰ ਦੀ ਰਚਨਾ ਕੀਤੀ ਹੈ, ਉਹ ਕਦੋਂ ਕੀਤੀ, ਕਿਵੇਂ ਕੀਤੀ, ਕਿਸ ਤਰ੍ਹਾਂ ਕੀਤੀ, ਇਹ ਵੀ ਨਹੀਂ ਅੱਜ ਤੱਕ ਕੋਈ ਬਿਆਨ ਕਰ ਸਕਿਆ। ਜਿੱਦਣ ਜਨਵਰੀ ਤੋਂ ਦਸੰਬਰ ਤੱਕ ਅਸੀਂ ਜਿਹੜੇ ਮਹੀਨਿਆਂ ਵਿੱਚ ਚੱਲ ਰਹੇ ਹਾਂ, ਅੰਗਰੇਜ਼ੀ ਮਹੀਨੇ ਜਿਹਨਾਂ ਨੂੰ ਕਹਿੰਦੇ ਆ, ਉਸ ਮੁਤਾਬਕ ਜਦੋਂ 31 ਦਸੰਬਰ ਦੀ ਰਾਤ ਹੁੰਦੀ ਹੈ ਤੇ 1 ਜਨਵਰੀ ਨੂੰ ਅਸੀਂ ਬੜੀ ਖੁਸ਼ੀ ਮਨਾ ਕੇ ਨਵੇਂ ਸਾਲ ਨੂੰ ਕਹਿੰਦੇ ਆ ਵੀ ਜੀ ਆਇਆਂ ਨੂੰ। ਪਰ ਮਹਾਰਾਜ ਜੀ ਨੇ ਆਖਿਆ ਵੀ ਇਹ ਤਾਂ ਸਾਡੇ ਬਣਾਏ ਹੋਏ ਜਿਹੜੀਆਂ ਤਰੀਕਾਂ ਨੇ। ਜਿਵੇਂ ਜਿਵੇਂ ਜਿਹੜੇ ਧਰਮ ਬਣ ਗਏ, ਉਸ ਮੁਤਾਬਕ ਜਿਹੜੇ ਪੀਰ ਪੈਗੰਬਰ ਆਏ, ਮੁਰਸ਼ਦ ਆਏ, ਉਹਨਾਂ ਦੇ ਨਾਮ ਤੇ ਕੈਲੰਡਰ ਬਣ ਗਏ। ਇਸਲਾਮ ਧਰਮ ਦਾ ਕੈਲੰਡਰ ਹੈ, ਈਸਾਈ ਮਤ ਦੇ ਅਨੁਸਾਰ ਆ ਜਨਵਰੀ ਤੋਂ ਦਸੰਬਰ ਤੱਕ ਦਾ ਕੈਲੰਡਰ ਹੈ। ਗੁਰੂ ਨਾਨਕ ਸਾਹਿਬ ਮੁਤਾਬਕ ਨਾਨਕ ਸ਼ਾਹੀ ਕੈਲੰਡਰ ਹੈ। ਪਰ ਜਦੋਂ ਇਹ ਪੂਰੀ ਦੁਨੀਆ ਬਣੀ ਸੀ, ਉਦੋਂ ਤੋਂ ਕਿਹੜਾ ਕੈਲੰਡਰ ਸ਼ੁਰੂ ਹੋਇਆ ਉਹ ਦੱਸਿਆ ਹੀ ਨਹੀਂ ਜਾ ਸਕਦਾ। ਚਿਤਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ, ਜਾ ਕਰਤਾ ਸਿਰਟੀ ਕੋ ਸਾਜੈ ਆਪੇ ਜਾਣੈ, ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਣੀ, ਕਿਵੇਂ ਜਾਣਾ। ਮਹਾਰਾਜ ਜੀ ਕਹਿੰਦੇ ਮੈਂ ਕਿਵੇਂ ਵਰਣਨ ਕਰਾਂ? ਗੁਰੂ ਨਾਨਕ ਸਾਹਿਬ ਆਪ ਕਹਿੰਦੇ ਆ ਨਾ ਉਦੋਂ ਥਿੱਤ ਦਾ ਪਤਾ ਹੈ, ਨਾ ਵਾਰ ਦਾ ਪਤਾ ਹੈ, ਕਿਉਂਕਿ ਵਾਰ ਵੀ ਅਸੀਂ ਬਣਾਏ ਨੇ, ਥਿੱਤਾਂ ਵੀ ਅਸੀਂ ਹੀ ਬਣਾਈਆਂ ਨੇ, ਤਰੀਕਾਂ ਵੀ ਅਸੀਂ ਹੀ ਬਣਾਈਆਂ ਨੇ, ਟਾਈਮ ਵੀ ਅਸੀਂ ਆਪ ਬਣਾਇਆ। ਇਸ ਜਿਹੜੀਆਂ ਘੜੀਆਂ ਦੇ ਮੁਤਾਬਕ ਚੱਲ ਰਹੇ ਆ, ਇਹ ਵੀ ਆਪਾਂ ਹੀ ਬਣਾਈਆਂ। ਪੁਰਾਤਨ ਸਮੇਂ ਵਿੱਚ ਕਿੱਥੇ ਘੜੀਆਂ ਦੀਆਂ ਸੂਈਆਂ ਹੁੰਦੀਆਂ ਸਨ। ਸੂਰਜ ਦੀ ਚਾਲ ਵੇਖ ਕੇ ਬਜ਼ੁਰਗ ਦੱਸ ਦਿੰਦੇ ਸੀ ਵੀ ਆਹ ਸਮਾਂ ਹੋਇਆ ਹੈ। ਚੰਦਰਮਾ ਦੀ ਚਾਲ ਵੇਖ ਕੇ ਦੱਸ ਦਿੰਦੇ ਸੀ ਵੀ ਹੁਣ ਇੰਨਾ ਸਮਾਂ ਹੋ ਗਿਆ। ਪਰ ਚਲੋ ਆਪਾਂ ਤਰੱਕੀਆਂ ਕੀਤੀਆਂ, ਸੂਈਆਂ ਦਿਸਣ ਲੱਗ ਪਈਆਂ, ਟਾਈਮ ਦਿਸਣ ਲੱਗ ਪਿਆ। ਪਰ ਜਦੋਂ ਪੁਰਾਤਨ ਸਮੇਂ ਵਿੱਚ ਹੋਰ ਉਸ ਤੋਂ ਪੁਰਾਤਨ ਚਲੇ ਜਾਓ, ਪਤਾ ਹੀ ਨਹੀਂ ਸੀ ਲੱਗਦਾ। ਇਸ ਲਈ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ। ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ? ਜਦੋਂ ਸ੍ਰਿਸ਼ਟੀ ਰਚੀ ਆ, ਪਹਿਲਾਂ ਰਾਤ ਸੀ ਕਿ ਪਹਿਲਾਂ ਦਿਨ ਸੀ? ਜਦੋਂ ਸ੍ਰਿਸ਼ਟੀ ਰਚੀਆਂ ਮਾਲਕ ਨੇ ਪਹਿਲਾਂ ਚੰਦਰਮਾ ਬਣਾਇਆ ਕਿ ਪਹਿਲਾਂ ਸੂਰਜ ਬਣਾਇਆ? ਕੋਈ ਨਾ ਜਾਣ ਸਕਿਆ ਤੇ ਨਾ ਕੁਝ ਜਾਣ ਸਕਦਾ ਹੈ। ਇੱਕ ਦਿਨ ਇਹ ਵੀ ਜ਼ਿਕਰ ਕੀਤਾ, ਅੱਜ ਵਿਗਿਆਨ ਕਰਕੇ ਆਪਾਂ ਬੜੇ ਸਿਖਰਾਂ ਤੇ ਹਾਂ ਤੇ ਹਜ਼ਾਰਾਂ ਸਾਲ ਬੀਤ ਗਏ, ਹੋਰ ਸਿਖਰਾਂ ਤੇ ਪਹੁੰਚ ਜਾਵਾਂਗੇ, ਪਰ ਜਿਹੜਾ ਭੇਦ ਹੈ ਉਹ ਭੇਦ ਹੀ ਰਹਿਣਾ ਹੈ। ਇੰਨੀ ਵੀ ਤਰੱਕੀ ਨਹੀਂ ਕਿ ਅਸੀਂ ਉਹ ਭੇਦ ਖੋਲ ਸਕੀਏ।
ਪਰਮੇਸ਼ਵਰ ਦਾ ਫਿਰ ਕੋਈ ਚੱਕਰ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਗੱਲਾਂ ਕਲੀਅਰ ਕੀਤੀਆਂ ਸਾਰੀਆਂ। ਪਹੁੰਚਣ ਦਾ ਤਰੀਕਾ ਵੀ ਦੱਸਿਆ, ਜਿਹੜੇ 5 ਖੰਡ ਦੱਸੇ ਨੇ ਉਹ ਤਰੀਕਾ ਹੀ ਦੱਸਿਆ ਵੀ ਕਿਵੇਂ ਅੰਤ ਕੋਈ ਨਹੀਂ ਬਿਆਨ ਕਰ ਸਕਦਾ, ਨਾ ਉਹਦਾ ਅੰਤ ਹੈ ਤੇ ਨਾ ਅੰਤ ਪਾਇਆ ਜਾ ਸਕਦਾ। ਉਹ ਬੇਅੰਤ ਹੈ, ਉਹਦੇ ਵਿੱਚ ਆਪਾਂ ਸਮਾਉਣਾ ਹੈ, ਉਹਦਾ ਅੰਤ ਨਹੀਂ ਪਾਉਣਾ। ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਇਆ ਜਾਏ, ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ। ਉਹਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ, ਉਹ ਅਮੁੱਲ ਹੈ, ਉਹਦਾ ਮੁੱਲ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਫਿਰ ਉਹਨੂੰ ਸੱਚਖੰਡ ਵਸੈ ਨਿਰੰਕਾਰ ਨੂੰ ਕਿਵੇਂ ਪਾਉਣਾ ਹੈ, ਉਹ 5 ਖੰਡ ਸਾਡੇ ਸਾਹਮਣੇ ਰੱਖੇ ਆ, ਉਹਦੀ ਨਜ਼ਰ ਕਿਵੇਂ ਸਾਡੇ ਤੇ ਹੋਣੀ ਹੈ। ਫਿਰ ਮਹਾਰਾਜ ਨੇ ਜਦੋਂ ਜਪ ਤੋਂ ਬਾਅਦ ਜਾਪ ਦੀ ਆਰੰਭਤਾ ਕੀਤੀ ਹੈ ਤੇ ਸਾਹਿਬ ਨੇ ਵੀ ਆਰੰਭ ਉੱਥੋਂ ਹੀ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਆਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਅੰਗ ਗੁਰ ਪ੍ਰਸਾਦ। ਹੁਣੇ ਸਾਰਾ ਕੁਝ ਗੁਰੂ ਦੀ ਕਿਰਪਾ ਰਾਹੀਂ ਪਤਾ ਲੱਗ ਰਿਹਾ ਹੈ। ਤਾਂ ਜਦੋਂ ਜਾਪ ਸਾਹਿਬ ਦੀ ਆਰੰਭਤਾ ਹੁੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹਨ ਜਹ, ਉਹਦਾ ਕੋਈ ਚੱਕਰ ਨਹੀਂ, ਰੂਪ ਨਹੀਂ, ਰੰਗ ਨਹੀਂ, ਸ਼ਕਲ ਨਹੀਂ, ਸੂਰਤ ਨਹੀਂ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਹਾਲਾਂਕਿ 3 ਗੁਣ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਬਣਾਏ ਆ, ਪਰ ਉਹ ਆਪ ਇਹਨਾਂ ਤੋਂ ਵੱਖਰਾ ਭਿੰਨ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਇਹ ਸਵਾਲ ਕੀਤੇ, ਮਹਾਰਾਜ ਨੇ ਸ਼ਬਦ ਉਚਾਰਨ ਤੋਂ ਪਹਿਲਾਂ ਇੱਕ ਗੱਲ ਸਮਝਾ ਦਿੱਤੀ ਵੀ ਕਹਿੰਦੇ ਰੱਬ ਜੀ ਦੇ ਪਿਆਰਿਓ, ਤੈਂ ਅੰਤ ਨਾ ਜਾਣੀ, ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਨਾ ਕੋਈ ਅੱਜ ਤੱਕ ਉਹਦਾ ਅੰਤ ਜਾਣਿਆ ਤੇ ਨਾ ਕੋਈ ਜਾਣ ਸਕਦਾ, ਉਹ ਬੇਅੰਤ ਹੈ। ਅਸੀਂ ਉਸ ਦਰਿਆ ਦੀ ਮਛਲੀ ਹਾਂ ਜਿਹੜੀ ਮਛਲੀ ਕਦੇ ਦਰਿਆ ਦਾ ਅੰਤ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਇੱਕ ਨਿੱਕੀ ਜਿਹੀ ਮਛਲੀ ਪੂਰੇ ਦਰਿਆ ਦੇ ਸਿਖਰ ਤੱਕ ਥੋੜੀ ਪਹੁੰਚ ਸਕਦੀ ਹੈ। ਅਸੀਂ ਸਮਾਉਣਾ ਹੈ ਉਸ ਬੇਅੰਤ ਨਿਰੰਕਾਰ। ਹੁਣ ਸਮਾਉਣਾ ਕੀ ਹੈ? ਸਰੀਰ ਨੇ ਤੇ ਸਮਾਉਣਾ ਨਹੀਂ। ਸਰੀਰ ਤਾਂ ਮਿੱਟੀ ਦਾ ਬਣਿਆ, ਮਿੱਟੀ ਵਿੱਚ ਸਮਾ ਜਾਏਗਾ, ਮਿੱਟੀ ਮਿੱਟੀ ਵਿੱਚ ਰਲ ਜਾਣੀ ਹੈ, ਪਾਣੀ ਪਾਣੀ 'ਚ, ਹਵਾ ਹਵਾ ਵਿੱਚ ਰਲ ਜਾਣੀ ਹੈ। ਸਮਾਉਣਾ ਕੀ ਹੈ? ਇਸ ਸਰੀਰ ਅੰਦਰ ਜਿਹੜੀ ਰੱਬੀ ਜੋਤ ਹੈ, ਉਸ ਰੱਬੀ ਜੋਤ ਨੇ ਪਰਮ ਜੋਤ ਵਿੱਚ ਜਾ ਕੇ ਲੀਨ ਹੋਣਾ ਹੈ। ਇਸ ਲਈ ਸਤਿਗੁਰੂ ਜੀ ਸ਼ਬਦ ਉਚਾਰਦੇ ਹਨ। ਗੁਜਰੀ ਮਹਲਾ ਪਹਿਲਾ। ਗੁਜਰੀ ਰਾਗ ਹੈ, 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ, ਜਿਨ੍ਹਾਂ ਵਿੱਚੋਂ ਇੱਕ ਰਾਗ ਹੈ ਗੁਜਰੀ। ਇਸ ਰਾਗ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਵਨ ਅੰਗ 499 ਦੇ ਉੱਪਰ ਇਹ ਸੋਭਾਇਮਾਨ ਹੈ। ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ, ਮਰਦਾਨਾ ਜੀ ਰਬਾਬ ਵਜਾਓ। ਰਬਾਬ ਵਜੀ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ। ਨਾਭ ਕਮਲ ਤੇ ਬ੍ਰਹਮਾ ਉਪਜੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਨਾਭ ਕਮਲ ਤੇ, ਜਿਹੜਾ ਕਮਲ ਹੈ ਨਾਭ ਦੇ ਭੱਬੇ ਨੂੰ ਸਿਹਾਰੀ ਹੈ ਨਾਭੀ, ਕਹਿੰਦੇ ਕਮਲ ਦੀ ਨਾਭੀ ਤੋਂ ਬ੍ਰਹਮਾ ਉਪਜੇ। ਇਹ ਮਨੋਤ ਹੈ, ਥੋੜਾ ਧਿਆਨ ਦੇ ਕੇ ਸਮਝ ਕੇ ਚੱਲਿਓ। ਗੁਰੂ ਨਾਨਕ ਸਾਹਿਬ ਨਹੀਂ, ਇਹ ਮੋਹਰ ਨਹੀਂ ਲਾ ਰਹੇ। ਸਾਹਿਬ ਜੀ ਕਹਿੰਦੇ ਜੋ ਪ੍ਰਚਲਿਤ ਹੈ ਮਨੋਤ ਹੈ, ਮਨੋਤ ਮੈਨੇ ਮੰਨਿਆ ਗਿਆ ਹੈ। ਪੱਕੀ ਮੋਹਰ ਨਹੀਂ ਲਾਈ ਮਹਾਰਾਜ ਨੇ, ਇੱਕ ਗੱਲ ਕੀਤੀ ਹੈ ਪ੍ਰਚਲਿਤ, ਜਿਹੜੀ ਉਸ ਸਮੇਂ ਚੱਲ ਰਹੀ ਗੱਲ ਹੈ ਵੀ ਮਨੋਤ ਹੈ, ਮਨੋਤ ਮੈਨੇ ਮੰਨਿਆ ਜਾਂਦਾ ਹੈ। ਨਾਭ ਕਮਲ ਤੇ ਬ੍ਰਹਮਾ ਉਪਜੈ। ਫਿਰ ਇੱਥੇ ਰੁਕ ਕੇ ਆਪਾਂ ਜਪਜੀ ਸਾਹਿਬ ਜੀ ਨੂੰ ਸਮਝ ਕੇ ਚੱਲੀਏ। ਮਹਾਰਾਜ ਨੇ ਆਖਿਆ ਸੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਹੁਣ ਅਸੀਂ ਉਹ ਤਿੰਨਾਂ ਨੂੰ ਵੰਡ ਦਿੱਤਾ, 3 ਪ੍ਰਮੁੱਖ ਦੇਵਤਿਆਂ ਦੇ ਵਿੱਚ ਵੰਡ ਦਿੱਤਾ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਵਿੱਚ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਉਹਦੇ ਅਰਥ ਜਦੋਂ ਤੁਸੀਂ ਬੇਰਕੀ ਨਾਲ ਵਿਆਕਰਣ ਦੇ ਹਿਸਾਬ ਨਾਲ ਸਮਝੋਗੇ ਤਾਂ ਪਤਾ ਲੱਗੇਗਾ ਉਹਨਾਂ ਤਿੰਨਾਂ ਉੱਤੇ ਹੁਕਮ ਇੱਕ ਦਾ ਹੀ ਚੱਲ ਰਿਹਾ ਹੈ। ਉਹਨਾਂ ਤਿੰਨਾਂ ਨੂੰ ਵੀ ਰਚਣ ਵਾਲਾ ਇੱਕ ਅਕਾਲ ਪੁਰਖ ਕਰਤਾ ਹੀ ਹੈ। ਕਰਤੇ ਤੋਂ ਉੱਪਰ ਕੋਈ ਵੀ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਵਿੱਚ ਆਉਣਾ, ਉਹਦੇ ਹੁਕਮ ਵਿੱਚ ਜਾਣਾ, ਜੰਮਣ ਮਰਨ ਸਭ ਉਹਦੇ ਦਿਨ ਰਾਤ ਉਹਦੇ ਹੁਕਮ ਵਿੱਚ ਹੈ। ਇਸ ਲਈ ਮਾਰੇ ਕਹਿੰਦੇ ਮਨੋਤ ਹੈ, ਮੰਨਿਆ ਜਾਂਦਾ ਹੈ ਕਿ ਕਮਲ ਦੀ ਨਾਭੀ ਚੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਵੇਦ ਪੜ੍ਹੈ ਮੁਖ ਕੰਠ ਸਵਾਰ। ਔਰ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਜੀ ਨੇ ਜਿਹੜੇ ਵੇਦਾਂ ਦਾ ਜਿਹੜਾ ਉਚਾਰਨ ਕੀਤਾ, 4 ਵੇਦ ਨੇ, ਕਹਿੰਦੇ ਇਹ ਜਿਹੜਾ ਵੇਦ ਉਹਨਾਂ ਨੇ ਉਚਾਰਨ ਕੀਤੇ ਆ, ਉਹ ਜਿਹੜੇ ਵੇਦ ਨੇ ਪੜ੍ਹੇ ਮੁਖ ਕੰਠ ਸਵਾਰ। ਕੰਠ ਮੈਨੇ ਗੱਲ ਨੂੰ ਸਵਾਰ ਕੇ ਸੁਰ ਦੇ ਵਿੱਚ। ਹੁਣ ਸਾਡਾ ਜਿਹੜਾ ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀਆਂ ਗਾਉਂਦੇ ਆ, ਪਹਿਲਾਂ ਸੁਰ ਉੱਤੇ ਕਿੰਨਾ ਰਿਆਜ਼ ਕਰਦੇ ਆ, ਆਪਣੇ ਕੰਠ ਨੂੰ ਸਵਾਰਦੇ ਆ, ਇੱਕ ਸੁਰ ਨਾਲ ਆਪਣੀ ਆਵਾਜ਼ ਨੂੰ ਮਿਲਾਉਂਦੇ ਆ। ਅਸੀਂ ਜਿੰਨਾ ਅਸੀਂ ਅੱਜ ਦੁਨੀਆ ਵਿੱਚ ਲੱਚਰ ਗਾਣ ਵਾਲਿਆਂ ਨੂੰ ਅਸੀਂ ਮਾਣ ਸਨਮਾਨ ਦੇ ਕੇ ਅੱਗੇ ਵਧਾ ਦਿੱਤਾ। ਜੇ ਖੁਸ਼ੀ ਉਦੋਂ ਹੁੰਦੀ ਜਦੋਂ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ ਮਾਣ ਤੇ ਸਨਮਾਨ ਦੇ ਕੇ ਉਹਨਾਂ ਨੂੰ ਅੱਗੇ ਲਿਆਉਂਦੇ ਵੀ, ਕਿਉਂਕਿ ਸੁਣ ਅਭਿਆਸ ਤੇ ਉਹਨਾਂ ਨੇ ਵੀ ਕੀਤਾ ਹੈ। ਇਹਨੇ ਵੀ ਹਰ ਕੋਈ ਹਾਰਮੋਨੀਅਮ ਪਕੜ, ਹੁਣ ਮੇਰੇ ਵਰਗੇ ਨੂੰ ਤੁਸੀਂ ਕਹੋ ਵੀ ਗਾ ਕੇ ਸੁਣਾ, ਕਿੱਥੇ ਸੁਣਾਏਗਾ? ਜਿਹਨੂੰ ਪਤਾ ਹੀ ਨਹੀਂ ਸਾਹ ਦੇ ਨਾਲ ਆਵਾਜ਼ ਕਿਵੇਂ ਮਿਲਾਉਣੀ ਹੈ, ਸਰਗਮ ਦੇ ਨਾਲ ਆਪਣੀ ਸੁਰ ਕਿਵੇਂ ਮਿਲਾਉਣੀ ਹੈ। ਕਿੰਨੀ ਮਿਹਨਤ ਹੈ ਕਿ ਸਰਗਮ ਤੇ ਅਭਿਆਸ ਕਰਨਾ, ਸਰਗਮ ਤੇ ਅਭਿਆਸ ਕਰਕੇ ਇੱਕ ਸੁਰ ਨਾਲ ਆਪਣੀ ਆਵਾਜ਼ ਨੂੰ ਮਿਲਾ ਕੇ ਫਿਰ ਸ਼ਬਦ ਨੂੰ ਸੁਰ ਨਾਲ ਜੋੜ ਕੇ ਫਿਰ ਗਾਇਨ ਕਰਨਾ। ਅਸੀਂ ਸੁਣ ਕੇ ਬੜੇ ਖੁਸ਼ ਹੁੰਦੇ ਹਾਂ ਵੀ ਤਬਲਾ ਵੱਜ ਰਿਹਾ ਹੈ, ਪਰ ਜਿਹਦੇ ਉਂਗਲਾਂ ਚੱਲ ਰਹੀਆਂ ਨੇ ਉਹਨੂੰ ਪੁੱਛ ਕੇ ਵੇਖੋ ਉਹ ਕਿੰਨਾ ਅਭਿਆਸ ਕਰਨਾ ਪੈਂਦਾ ਜਦੋਂ ਤਬਲੇ ਤੇ ਉਂਗਲਾਂ ਚੱਲਦੀਆਂ ਨੇ। ਸਤਿਗੁਰੂ ਪਾਤਸ਼ਾਹ ਮੇਰ ਰਹਿਮਤ ਕਰਨ। ਗੱਲ ਚੱਲੀ ਸੀ ਇੱਥੇ ਕੰਠ ਸਵਾਰ ਦੀ, ਤਾਂ ਇਹ ਸਾਂਝ ਤੁਹਾਡੇ ਨਾਲ ਪਾਈ। ਇਹ ਜਿਹੜੇ ਮੰਨਿਆ ਹੈ ਕਿ ਕਮਲ ਤੋਂ ਨਾਭੀ ਤੋਂ ਬ੍ਰਹਮਾ ਜੀ ਦੀ ਉਤਪਤੀ ਹੋਈ, ਉਹਨਾਂ ਨੇ ਵੇਦ ਰਚੇ, ਉਸੇ ਵੇਦਾਂ ਨੂੰ ਕੰਠ ਨੂੰ ਸਵਾਰ ਕੇ ਆਪਣੇ ਮੁਖ ਤੋਂ ਅੱਗੇ ਪੜ੍ਹਿਆ ਜਾਂਦਾ ਹੈ। ਤਾਕੋ ਅੰਤ ਨ ਜਾਈ ਲਖਣਾ। ਪਰ ਜਿੰਨੇ ਮਰਜ਼ੀ ਵੇਦ ਆਪਾਂ ਕੰਠ ਸਵਾਰ ਕੇ ਪੜ੍ਹ ਲਈਏ, ਕੇਵਲ ਵੇਦ ਨਹੀਂ, ਸਾਡੇ ਲਈ ਵੇਦ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ। ਪਰ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਨਹੀਂ ਕਹਿੰਦੇ ਵੀ ਉਹਦਾ ਅੰਤ ਪਾਇਆ ਜਾ ਸਕਦਾ ਹੈ। ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਵਿੱਚ ਸਮਾਉਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜੁਗਤੀ ਦਿੱਤੀ ਹੈ, ਗੁਰ ਕਿਰਪਾ ਜਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਇੱਥੇ ਅੰਤ ਦੀ ਗੱਲ ਨਹੀਂ ਕੀਤੀ। ਮਹਾਰਾਜ ਕਹਿੰਦੇ ਨੇ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਪਾਣੀ ਵਿੱਚ ਪਾਣੀ ਜਿਵੇਂ ਸਮਾ ਜਾਂਦਾ ਹੈ, ਇਸੇ ਤਰ੍ਹਾਂ ਰੱਬੀ ਜੋਤ ਪਰਮ ਜੋਤ ਵਿੱਚ ਸਮਾਉਣੀ ਹੈ। ਇਸ ਲਈ ਮਹਾਰਾਜ ਕਹਿੰਦੇ ਤਾਂ ਕਿ ਅੰਤ ਨ ਜਾਈ ਲਖਣਾ। ਭਾਵੇਂ ਕੰਠ ਸਵਾਰ ਕੇ ਵੇਦ ਪੜ੍ਹਦੇ ਆ, ਪਰ ਉਹਦਾ ਅੰਤ ਨਹੀਂ ਲਿਖਿਆ ਜਾ ਸਕਦਾ। ਆਵਤ ਜਾਤ ਰਹਿ ਗੁਬਾਰ। ਬਸ ਆਉਂਦਿਆਂ ਤੇ ਜਾਂਦਿਆਂ ਗੁਬਾਰ ਦਾ ਅਰਥ ਹੁੰਦਾ ਅਤ ਘੁੱਪ ਹਨੇਰਾ। ਹਨੇਰੇ ਵੀ ਕਈ ਪ੍ਰਕਾਰ ਦੇ ਹੁੰਦੇ ਆ, ਜਿਹਦੇ ਵਿੱਚ ਕਈ ਵਾਰ ਬਹੁਤਾ ਵੀ ਦਿਸਦਾ, ਕਈ ਵਾਰੀ ਥੋੜਾ ਦਿਸਦਾ, ਕਈ ਵਾਰੀ ਬਿਲਕੁਲ ਹੀ ਨਹੀਂ ਦਿਸਦਾ। ਜਿੱਥੇ ਬਿਲਕੁਲ ਆਪਣਾ ਆਪ ਵੀ ਦਿਖਾਈ ਨਾ ਦੇਵੇ, ਘੁੱਪ ਹਨੇਰਾ ਜਿਹਨੂੰ ਕਹਿੰਦੇ ਆ ਗੁਬਾਰ। ਜਾਂ ਇਹ ਵੀ ਮੰਨਿਆ ਜਾਂਦਾ ਵੀ ਬ੍ਰਹਮਾ ਜੀ ਜਿਸ ਕਮਲ ਦੇ ਵਿੱਚੋਂ ਉਤਪਤ ਹੋਇਆ, ਉਹ ਜਿਹੜੀ ਨਾਲ ਹੈ ਨਾ, ਬ੍ਰਹਮਾ ਜੀ ਕਹਿੰਦੇ ਨੇ ਉਹਦਾ ਅੰਤ ਪਾਉਣ ਲਈ ਚੱਲੇ ਉੱਥੇ। ਕਈ ਵਾਰ ਉਹ ਜਿਹੜੀ ਨਾਲ ਸੀ ਉਹਦੇ ਵਿੱਚ ਗਏ, ਉਹਦਾ ਅੰਤ ਪਾਉਣ ਲਈ ਫਿਰ ਮੁੜ ਕੇ ਆ ਗਏ, ਫਿਰ ਗਏ, ਫਿਰ ਮੁੜ ਕੇ ਆ ਗਏ, ਪਰ ਉਹਦਾ ਅੰਤ ਹੀ ਨਹੀਂ ਪਾ ਸਕੇ ਵੀ ਇਹਦਾ ਸਿਖਰ ਕਿੱਥੇ ਹੈ। ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ, ਆਵਤ ਜਾਤ ਰਹਿ ਗੁਬਾਰ। ਆਉਂਦਿਆਂ ਜਾਂਦਿਆਂ ਘੁੱਪ ਹਨੇਰਾ ਹੀ ਬਣਿਆ ਰਿਹਾ। ਪ੍ਰੀਤਮ ਕਿਉਂ ਬਿਸਰੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਹਾਰ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੇ ਮੇਰੇ ਪ੍ਰੀਤਮ, ਹੇ ਮੇਰੇ ਪਿਆਰੇ ਜੀ, ਕਿਉਂ ਵਿਸਰੈ? ਤੈਨੂੰ ਕਿਉਂ ਵਿਸਾਰੀਏ? ਕਿਸ ਕਰਕੇ ਤੈਨੂੰ ਭੁਲਾਈਏ? ਮੇਰੇ ਪ੍ਰਾਣ ਆਧਾਰ, ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਹੋ, ਤੇ ਜੇ ਤੁਹਾਨੂੰ ਅਸੀਂ ਵਿਸਾਰ ਦਿਆਂਗੇ ਫਿਰ ਅਸੀਂ ਜਿਉਣਾ ਕਿਹਦੇ ਆਸਰੇ ਆ? ਇਸ ਲਈ ਕਿਉਂ ਵਿਸਾਰੀਏ? ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਹੋ। ਜਾ ਕੀ ਭਗਤ ਕਰਹਿ ਜਨ ਪੂਰੇ, ਜਿਨ੍ਹਾਂ ਦੀ ਭਗਤੀ ਜਨ ਪੂਰੇ, ਜਿਹੜੇ ਗੁਰਮੁਖ ਜਨ ਆਪਣੇ ਆਪ ਵਿੱਚ ਪੂਰੇ ਨੇ, ਅਧੂਰੇ ਨਹੀਂ। ਅਧੂਰੇ ਕੌਣ ਨੇ? ਜਿਹੜੇ ਕੇਵਲ ਹਜੇ ਦਿਖਾਵਾ ਹੀ ਕਰ ਰਹੇ ਆ, ਫਾਰਮੈਲਿਟੀ ਕਰ ਰਹੇ ਆ, ਜਿਹੜੇ ਅੰਦਰੋਂ ਹਜੇ ਜੀਵਨ ਨੂੰ ਕਮਾ ਨਹੀਂ ਰਹੇ ਆ, ਜਿਹੜੇ ਬਾਹਰੋਂ ਅਸੀਂ ਗੁਰਮੁਖ ਬਣ ਕੇ ਕੇਵਲ ਦਿਖਾ ਰਹੇ ਆ। ਇੱਥੇ ਅਧੂਰੇ ਨਹੀਂ, ਪੂਰੇ ਦੀ ਗੱਲ ਕੀਤੀ ਹੈ। ਜਾਂ ਕਿ ਭਗਤ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਜਾਂ ਧਿਆਨ ਵਿੱਚ ਰੱਖਣਾ, ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਗੁਰਬਾਣੀ ਪੜ੍ਹਦਿਆਂ ਆ ਜਾਏ, ਉੱਥੇ ਗੱਲ ਭਗਤੀ ਦੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਭਗਤੀ ਕੌਣ ਕਰਦੇ ਨੇ? ਜਨ ਪੂਰੇ, ਜਿਹੜੇ ਪੂਰੇ ਗੁਰਮੁਖ ਜਨ ਨੇ, ਉਹ ਭਗਤੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਰਦੇ ਹਨ। ਮੁਨ ਜਨ ਸੇਵਹਿ ਗੁਰ ਵਿਚਾਰ, ਔਰ ਜਿਹੜੇ ਮੁਨੀ ਰਿਸ਼ੀ ਮੁਨੀ ਜਨ ਨੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਦੇ ਹਨ। ਕਿਸ ਤਰ੍ਹਾਂ? ਗੁਰ ਵਿਚਾਰ, ਗੁਰ ਦਾ ਇੱਥੇ ਰਾਰਾ ਮੁਕਤ ਹੈ ਗਿਆਨ ਦੀ ਵਿਚਾਰ ਲੈ ਕੇ। ਗਿਆਨ ਕੀ ਹੈ? ਰੋਸ਼ਨੀ। ਗਿਆਨ ਕੀ ਹੈ? ਪ੍ਰਕਾਸ਼। ਗਿਆਨ ਅੰਜਨ ਗੁਰ ਦੀਆਂ, ਅਗਿਆਨ ਅੰਧੇਰ ਵਿਨਾਸ਼। ਗੁਰ ਦਾ ਮਤਲਬ ਗਿਆਨ ਹੈ, ਗਿਆਨ ਦਾ ਅਰਥ ਰੋਸ਼ਨੀ ਹੈ। ਗੁਰੂ ਨੇ ਸਾਨੂੰ ਗੁਰਬਾਣੀ ਵਿੱਚ ਰੋਸ਼ਨੀ ਦਿੱਤੀ ਹੈ, ਚਾਨਣ ਦਿੱਤਾ ਹੈ। ਇਹ ਉਹ ਚਾਨਣ ਹੈ ਜਿਹੜਾ ਸੂਰਜ ਵੀ ਇਹਦੇ ਅੱਗੇ ਫੇਲ ਪੈ ਜਾਂਦਾ ਹੈ। ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿੰਦੇ ਜਿਹੜੇ ਰਿਸ਼ੀ ਮੁਨੀ ਜਾਂ ਜਿਹੜੇ ਗੁਰਮੁਖ ਜਨ ਜਿਨ੍ਹਾਂ ਨੇ ਗਿਆਨ ਦੀ ਵਿਚਾਰ ਕੀਤੀ, ਉਹ ਵਾਹਿਗੁਰੂ ਜੀ ਤੁਹਾਨੂੰ ਕਿਉਂ ਵਿਸਾਰਨਗੇ? ਉਹ ਤਾਂ ਭਗਤੀ ਦੇ ਰੰਗ ਵਿੱਚ ਹਰ ਵੇਲੇ ਰੰਗੇ ਰਹਿੰਦੇ ਆ। ਉਹ ਤਾਂ ਹਰ ਵੇਲੇ ਕਹਿੰਦੇ ਆ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਅੰਤ ਨਹੀਂ ਪਾਉਣਾ, ਅਸੀਂ ਅਕਾਲ ਪੁਰਖ ਜੀ ਵਿੱਚ ਸਮਾਉਣਾ ਹੈ। ਰਹਾਉ, ਰਹਾਉ ਦਾ ਮਤਲਬ ਹੈ ਰੁਕਣਾ। ਰਹਾਉ ਦਾ ਮਤਲਬ ਰੁਕ ਕੇ ਸਮਝ ਕੇ ਚੱਲਣਾ ਹੈ। ਰਵ ਰਸ ਦੀਪਕ ਜਾ ਕੇ, ਸਾਹਿਬ ਕਹਿੰਦੇ ਆ ਜਿਹੜੇ ਰੱਬ ਤੇ ਸੱਸ ਵੇਖਦੇ ਹੋ, ਸੱਸ ਮੈਨੇ ਚੰਦਰਮਾ, ਰੱਬ ਦਾ ਅਰਥ ਸੂਰਜ ਹੈ। ਇਹਨੂੰ ਹੋਰ ਸੌਖਾ ਹੋ ਜਾਏਗਾ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ। ਇਹ ਸਾਰਾ ਸੰਸਾਰ ਬ੍ਰਹਿਮੰਡ ਹੀ ਉਹਦੀ ਆਰਤੀ ਵਿੱਚ ਲੱਗਾ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਇੱਕ ਥਾਲ ਉੱਤੇ ਕੁਝ ਦੀਵੇ ਤੇ ਫੁੱਲ ਰੱਖ ਕੇ ਉਹਦੀ ਆਰਤੀ ਉਤਾਰਦੇ ਆ, ਮਹਾਰਾਜ ਕਹਿੰਦੇ ਉਹ ਐਡਾ ਛੋਟਾ ਥੋੜੀ ਹੈ, ਉਹਦਾ ਤੇ ਅੰਤ ਹੀ ਨਹੀਂ ਪਾਇਆ ਜਾ ਸਕਦਾ। ਜਿਹੜਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਆਰਤੀ ਵੀ ਛੋਟੀ ਨਹੀਂ, ਵੱਡੀ ਹੋਣੀ ਚਾਹੀਦੀ ਹੈ। ਔਰ ਸਾਡੇ ਵਿੱਚ ਇੰਨੀ ਪਾਵਰ ਨਹੀਂ ਕਿ ਅਸੀਂ ਕਰਤੇ ਦੀ ਆਰਤੀ ਕਰ ਸਕੀਏ। ਕਰਤੇ ਦੀ ਆਰਤੀ ਤਾਂ ਕੁਦਰਤ ਕਰ ਰਹੀ ਹੈ, ਸਾਨੂੰ ਸਪੈਸ਼ਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਕੁਦਰਤ ਆਪਣੇ ਆਪ ਉਹਦੀ ਆਰਤੀ ਕਰ ਰਹੀ ਹੈ। ਗਗਨ ਥਾਲ ਬਣ ਕੇ ਉਹਦੀ ਆਰਤੀ ਕਰ ਰਿਹਾ ਹੈ, ਔਰ ਸੂਰਜ ਤੇ ਚੰਦਰਮਾ ਦੀਵੇ ਬਣ ਕੇ ਉਹਦੀ ਆਰਤੀ ਕਰ ਰਿਹਾ। ਇਹ ਸਾਰੀ ਬਨਸਪਤੀ ਉਹਦੀ ਆਰਤੀ ਵਿੱਚ ਲੱਗੀ ਹੋਈ ਹੈ, ਇਹ ਫੁੱਲਾਂ ਦੀ ਸੁਗੰਧੀ ਉਹਦੀ ਆਰਤੀ ਵਿੱਚ ਲੱਗੀ ਹੋਈ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਰੱਬ ਸੱਸ, ਰੱਬ ਸੂਰਜ, ਸੱਸ ਚੰਦਰਮਾ, ਦੀਪਕ ਜਾਂਕ ਹੈ, ਇਹ ਉਹਦੇ ਦੀਵੇ ਨੇ ਜਿਹੜੇ ਬਣਾਏ ਹੋਏ ਨੇ। ਇਸ ਕੁਦਰਤ ਵਿੱਚ ਕਾਦਰ ਨੇ ਇਹ ਦੋ ਦੀਵੇ ਸਾਜੇ ਹਨ। ਕੀ ਭਵਨ ਏਕਾ ਜੋਤ ਮੁਰਾਰ, ਔਰ ਤਿੰਨਾਂ ਭਵਨਾਂ ਦੇ ਵਿੱਚ ਇੱਕੋ ਹੀ ਮੁਰਾਰੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਪਰਮ ਜੋਤ ਦਾ ਮਾਲਕ ਹੈ। ਤਿੰਨਾਂ ਭਵਨਾਂ ਵਿੱਚ ਇੱਕੋ ਹੀ ਜੋਤ ਵਰਤ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਅਸੀਂ ਉਹ ਜੋਤ ਹੀ ਨਹੀਂ ਵੇਖ ਰਹੇ ਤੇ ਚਾਨਣ ਕਿੱਥੋਂ ਹੋਣਾ? ਅਸੀਂ ਤਾਂ ਸਰੀਰ ਵੇਖ ਰਹੇ ਹਾਂ, ਸਰੀਰ ਦੇ ਉੱਤੇ ਲੱਗੀਆਂ ਹੋਈਆਂ ਜਾਤ ਬਰਾਦਰੀਆਂ ਵੇਖ ਰਹੇ ਹਾਂ, ਮੁਲਕ ਵੇਖ ਰਹੇ ਹਾਂ। ਇਹ ਆਹ ਫਲਾਣਾ ਤੇ ਫਲਾਣੇ ਮੁਲਕ ਦਾ ਹੈ, ਇਹ ਫਲਾਣੇ ਮੁਲਕ ਦਾ ਹੈ, ਇਹ ਬੋਲੀ ਬੋਲਦਾ ਹੈ, ਉਹ ਬੋਲੀ ਬੋਲਦਾ ਹੈ, ਇਹ ਇਸ ਧਰਮ ਦਾ, ਇਸ ਮਜ਼ਹਬ ਦਾ ਹੈ। ਪਰ ਅਸੀਂ ਇਹਦੇ ਅੰਦਰ ਜਾਵਾਂਗੇ ਤੇ ਪਤਾ ਲੱਗੇਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਅੰਦਰ ਜਾ ਨਹੀਂ ਨਾ ਰਹੇ, ਅਜੇ ਤਾਂ ਚੰਮ ਵੇਖ ਕੇ ਹੀ ਭੁਲੇਖੇ ਪਏ ਆ। ਚੰਮ ਦਾ ਮਤਲਬ ਚਮੜੀਆਂ ਵੇਖ ਕੇ ਹੀ ਉਲਝੇ ਪਏ ਆ, ਕਤਲੇਆਮ ਕਰ ਰਹੇ ਆ, ਲੜ ਰਹੇ ਆ, ਝਗੜ ਰਹੇ ਆ। ਪਰ ਜਦੋਂ ਅੰਦਰ ਝਾਤ ਮਾਰਾਂਗੇ ਤੇ ਇੱਕੋ ਹੀ ਬੈਠਾ ਨਜ਼ਰ ਆਏਗਾ। ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ, ਏਕ ਨੂਰ ਤੇ ਸਭ ਜਗ ਉਪਜਿਆ ਕੌਣ? ਮਹਾਰਾਜ ਕਹਿੰਦੇ ਇੱਕੋ ਹੀ ਨੂਰ ਤੋਂ ਜਗਤ ਉਪਜਿਆ ਤੇ ਜਗਤ ਆਪਸ ਵਿੱਚ ਹੀ ਉਲਝ ਗਿਆ, ਕਿਉਂਕਿ ਉਹ ਇੱਕ ਨੂੰ ਭੁਲਾ ਕੇ ਬਹਿ ਗਿਆ। ਇੱਕ ਨੂੰ ਵਿਸਾਰਨ ਦੀ ਦੇਰੀ ਸੀ, ਰੱਬ ਦੇ ਢੇਰ ਲੱਗ ਗਏ। ਹਰ ਮੁਲਕ, ਹਰ ਸ਼ਹਿਰ, ਹਰ ਕਸਬੇ ਵਿੱਚ ਇੱਕ ਨਾ ਇੱਕ ਰੱਬ ਬਣ ਕੇ ਜ਼ਰੂਰ ਬੈਠਾ ਹੋਇਆ ਹੈ ਤੇ ਹਜ਼ਾਰਾਂ ਲੋਕ ਉਹਨੂੰ ਰੱਬ ਨੂੰ ਪੂਜਣ ਜਾਂਦੇ ਆ। ਪਰ ਜਿਹੜਾ ਅਸਲ ਰੱਬ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹਦੀ ਸਥਾਪਨਾ ਕੀਤੀ ਨਹੀਂ ਜਾ ਸਕਦੀ, ਉਹ ਥਾਪਿਆ ਹੀ ਨਹੀਂ ਜਾ ਸਕਦਾ। ਇਸ ਲਈ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਰੱਬ ਤੇ ਸੱਸ ਦੀਪਕ ਨੇ, ਔਰ ਤਿੰਨਾਂ ਭਵਨਾਂ ਵਿੱਚ ਇੱਕੋ ਹੀ ਜੋਤ ਉਸ ਵਾਹਿਗੁਰੂ ਕਰਤੇ ਦੀ ਹੈ। ਗੁਰਮੁਖ ਹੋਏ ਸੋ ਅਹਨਸ ਨਿਰਮਲ, ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਆ ਉਹ ਅਹਨਿਸ ਦਾ ਅਰਥ ਹੈ ਰਾਤ, ਦਿਨ ਰਾਤ। ਨਿਸ ਕਹਿੰਦੇ ਰਾਤ ਨੂੰ, ਇਹ ਕਹਿੰਦੇ ਦਿਨ। ਦਿਨ ਰਾਤ ਉਹ ਇੱਕ ਰੱਬੀ ਜੋਤ ਨਾਲ ਜੁੜ ਕੇ ਉਹਦੀ ਨਾਮ ਦਾ ਅਭਿਆਸ ਕਰਕੇ ਨਿਰਮਲ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਮਨਮੁਖ ਰਹਿਣ ਅੰਧਾਰ, ਪਰ ਜਿਹੜੇ ਗੁਰੂ ਦੇ ਸਨਮੁਖ ਨਹੀਂ ਹੁੰਦੇ, ਉਹ ਮਨਮੁਖ, ਮਨ ਮਗਰ ਲੱਗਣ ਵਾਲੇ, ਫਿਰ ਉਹਨਾਂ ਦੀ ਜ਼ਿੰਦਗੀ ਦੀ ਰਾਤ ਅੰਧਕਾਰ ਵਿੱਚ ਲੰਘਦੀ ਹੈ। ਅੰਧਕਾਰ ਦਾ ਮਤਲਬ ਅਗਿਆਨਤਾ ਵਿੱਚ, ਕਰਮ ਕਾਂਡਾਂ ਵਿੱਚ, ਵਹਿਮਾਂ ਭਰਮਾਂ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘ ਜਾਂਦੀ ਹੈ। ਸਿੱਧ ਸਮਾਧ ਕਰਹਿ ਨਿਤ ਝਗੜਾ, ਸਿੱਧ ਬੜੇ ਬੜੇ ਸਿੱਧ ਜਿਹੜੇ ਆਸਣ ਲਾਉਣ ਵਾਲੇ ਜਿਹੜੇ ਨੇ, ਆਪਣੇ ਆਪ ਨੂੰ ਜਿਹੜੇ ਸਫਲ ਸਮਝਦੇ ਆ ਕਿ ਅਸੀਂ ਉਹ ਜੋਗੀ ਹਾਂ ਜਿਹੜੇ ਸਿੱਧ ਹੋ ਚੁੱਕੇ ਹਾਂ। ਸਮਾਧ ਤਦੇ ਨੂੰ ਸਿਆਰੀ ਸਮਾਧੀ, ਜਿਹੜੇ ਸਿੱਧ ਸਮਾਧੀਆਂ ਲਾ ਕੇ ਕਹਿੰਦੇ ਆ ਵੀ ਅਸੀਂ ਬੜੇ ਸਫਲਤਾਵਾਂ ਹਾਸਲ ਕਰ ਲਈਆਂ, ਪਰ ਨਿਤ ਝਗੜਾ, ਅੰਦਰ ਨਿਤ ਝਗੜੇ ਹੀ ਚੱਲ ਰਹੇ ਇਹਨਾਂ ਦੇ। ਝਗੜਾ ਕਰਕੇ ਗਿਰਗਟ ਵੀ ਇੰਨੀ ਛੇਤੀ ਰੰਗ ਨਹੀਂ ਬਦਲਦੀ ਜਿੰਨਾ ਛੇਤੀ ਮਨ ਰੰਗ ਬਦਲ ਜਾਂਦਾ ਹੈ। ਬੰਦਾ ਪੈਰ ਤੇ ਬਦਲ ਜਾਂਦਾ ਹੈ, ਬਸ ਬੋਲ ਤੇ ਬੰਦਾ ਬਦਲ ਜਾਂਦਾ ਹੈ। ਅੱਜ ਕਹਿਣਾ ਪਏਗਾ ਕਿ ਗਿਰਗਟ ਨੂੰ ਵੀ ਰੰਗ ਬਦਲਦਿਆਂ ਸਮਾਂ ਲੱਗਦਾ, ਬੰਦੇ ਨੂੰ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬਦਲ ਜਾਂਦਾ ਹੈ। ਇਹ ਮਨ ਚੰਚਲ ਹੈ, ਇਹਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਫਿਸਲ ਜਾਏ। 38 ਪੌੜੀਆਂ ਤੇ ਨਹੀਂ ਮਨ ਫਿਸਲਿਆ। ਜਦੋਂ ਕਿਹਾ ਸਲੋਕ ਪਵਨ ਗੁਰੂ ਪਾਣੀ ਪਿਤਾ, ਮਨ ਫਿਸਲ ਗਿਆ। ਮਨ ਵਿੱਚ ਫੁਰਨਾ ਬਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਘੋੜਾ ਦੇ ਦੇਣ, ਭੇਟ ਮੈਨੂੰ ਦੇ ਦੇਣ ਤੇ ਕਿੰਨਾ ਚੰਗਾ ਹੋਵੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸੰਪੂਰਨ ਹੋਇਆ ਨਾ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ। ਤੇ ਭਾਈ ਗੋਪਾਲਾ ਜੀ ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦੇ ਪਾਠ ਤਾਂ ਇਕਾਗਰਤਾ 'ਚ ਸੁਣਾਇਆ ਸੀ, ਪਰ ਅਖੀਰ ਤੇ ਆ ਕੇ ਮਨ ਚੰਚਲਤਾਈ ਦਿਖਾ ਗਿਆ। ਤੈਨੂੰ ਪਤਾ ਨਹੀਂ ਕਿੰਨੀਆਂ ਬਾਬੇ ਨਾਨਕ ਦੇ ਘਰੋਂ ਰਹਿਮਤਾਂ ਮਿਲਣੀਆਂ ਸਨ, ਕਿੰਨੀਆਂ ਬਖਸ਼ਿਸ਼ਾਂ ਮਿਲਣੀਆਂ ਸਨ, ਕੀ ਪਤਾ ਆਸਣ ਹੀ ਮਿਲ ਜਾਂਦਾ ਤੈਨੂੰ ਤਖਤ, ਪਰ ਤੇਰਾ ਮਨ ਚਲਾ ਗਿਆ ਘੋੜੇ ਦੇ ਤਬੇਲੇ ਵਿੱਚ। ਹੁਣ ਜਿਹੜਾ ਭਾਵਨਾ ਬਣਾਈ ਆ ਉਹੀ ਕੁਝ ਮਿਲਣਾ ਹੈ। ਆਪਣੇ ਅੰਦਰ ਮੇਰੇ ਸਮੇਤ, ਇਹ ਨਹੀਂ ਕਿ ਬੋਲ ਰਹੇ ਹਾਂ ਤੇ ਵਾਹਿਗੁਰੂ ਅੰਦਰ ਨਹੀਂ, ਸਾਰੇ ਆਪਾਂ ਅੰਦਰ ਆਪਣੇ ਝਾਤੀ ਮਾਰੀਏ ਕਿ 38 ਪੌੜੀਆਂ ਦਾ ਪਾਠ ਕਰਦੇ ਆ, ਕਿਹੜੇ ਕਿਹੜੇ ਫੁਰਨੇ ਬਣਦੇ ਆ। ਜਪਜੀ ਸਾਹਿਬ ਜੀ ਦੀ ਪਾਣੀ ਦੀ ਜਦੋਂ ਪੌੜੀ ਤੇ ਪਹੁੰਚਦੇ ਆ 38ਵੀਂ, ਤੇ ਕਿੰਨੇ ਅੰਦਰ ਫੁਰਨੇ ਬਣਦੇ ਆ। ਆ ਵੀ ਸੁੱਖ ਮਿਲ ਜਾਏ, ਆਹ ਦੁੱਖ ਕੱਟਿਆ ਜਾਏ, ਆ ਫਲਾਣੇ ਥਾਂ ਤੇ ਪੈਸਾ ਰੁਕਿਆ ਉਹ ਮਿਲ ਜਾਏ, ਫਲਾਣਾ ਬੰਦਾ ਨਹੀਂ ਮਿਲਦਾ ਉਹ ਮਿਲ ਜਾਏ, ਕਰੋ ਪਤਾ ਹੀ ਨਹੀਂ ਕੀ ਕੁਝ ਅੰਦਰ ਬਣ ਜਾਂਦਾ ਹੈ। ਪਰ ਅਸੀਂ ਤੇ 38 ਪੌੜੀਆਂ ਦਾ ਪਾਠ ਇਸ ਲਈ ਕਰਨਾ ਸੀ ਕਿ ਸੱਚਖੰਡ ਵਸੈ ਨਿਰੰਕਾਰ, ਉਹ ਕਿਤੇ ਚਾਨਣ ਹੋ ਜਾਂਦਾ, ਉਹ ਕਿਤੇ ਰੋਸ਼ਨੀ ਹੋ ਜਾਂਦੀ।
ਜਾਂ ਅਸੀਂ ਇਸ ਲਈ ਕੀਤਾ ਸੀ ਕਿ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਤੇ ਮਾਰੇ ਕਹਿੰਦੇ ਨਦਰ ਕਿੱਥੇ ਗਿਆ ਤੂੰ ਤੇ ਸੁਰਤ ਕਿਤੇ ਹੋਰ ਲਾ ਕੇ ਬਹਿ ਗਿਆ ਤੇ ਜਿੱਥੇ ਸੁਰਤ ਲਾਈ ਹੈ ਹੁਣ ਉਹ ਪਦਾਰਥਾਂ ਦੀ ਹੋਈ ਨਦਰ ਹੋਣੀ ਆ ਤੂੰ ਜਿਹੜੀ ਨਦਰ ਲੈਣੀ ਸੀ ਉੱਥੋਂ ਤਾਂ ਵਾਂਝਾ ਰਹਿ ਗਿਆ ਇਸ ਲਈ ਮਾਲਕ ਜੀ ਸਾਡੇ ਵੀ ਸਿਰ ਤੇ ਮਿਹਰਦਾਰ ਰੱਖਣ ਤੁਹਾਡੇ ਤੇ ਵੀ ਜਿੰਨੇ ਵੀ ਅਸੀਂ ਨਾਮ ਗੁਰਬਾਣੀ ਦੇ ਪਾਠ ਨਿਤਨੇਮ ਦੀਆਂ ਬਾਣੀਆਂ ਨਾਲ ਜੁੜਦੇ ਹਾਂ ਇਹ ਰਹਿਮਤਾਂ ਬਖਸ਼ਿਸ਼ਾਂ ਸਾਡੇ ਜੀਵਨ ਵਿੱਚ ਵਰਤਣ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਗੁਜਰੀ ਰਾਗ ਵਿੱਚ ਉਚਾਰ ਕੇ ਉਹਨਾਂ ਨੂੰ ਵੀ ਸਮਝਾਇਆ ਹੈ ਸਾਨੂੰ ਵੀ ਸਮਝਾਉਣ ਦਾ ਯਤਨ ਕੀਤਾ ਹੈ ਤੇ ਜੇ ਸਮਝ ਆਈ ਆਪਾਂ ਵੀ ਭੇਜ ਕੇ ਬੇਨਤੀਆਂ ਕਰੀਏ ਕਿ ਸਤਿਗੁਰੂ ਬਾਣੀ ਪੜ੍ਹਦੇ ਹਾਂ ਨਿਤਨੇਮ ਕਰਦੇ ਹਾਂ ਤੁਹਾਡੇ ਚਰਨਾਂ 'ਚ ਬੈਠੇ ਹਾਂ ਕਿ ਕਥਾ ਕੀਰਤਨ ਸੁਣਦੇ ਹਾਂ ਸਾਡੇ ਤੇ ਵੀ ਇੱਕ ਕਿਰਪਾ ਕਰ ਦਿਓ ਆਪਣੀ ਭਗਤੀ ਲਾਏ 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 ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਪਰਿਆ ਤਉ ਸ਼ਰਨਾਏ ਪਰਿਆ ਤਉ ਸਰਨਾਏ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਇਹ ਬੇਨਤੀਆਂ ਕਰੀਏ ਵਾਹਿਗੁਰੂ ਜੀ ਦੇ ਦਰ ਤੇ ਆਪ ਵੀ ਜੁੜੀਏ ਹੋਰਾਂ ਨੂੰ ਵੀ ਜੁੜੀਏ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਬਖਸ਼ ਦੇਣ ਮਿਹਰ ਦਾ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।